नमस्कार, तुसी देख रहे हो दैनिक सवेरा टीवी। तो मैं हाँ विनय राणा। पंजाब च सियासी माहौल पूरी तरह गरमाया होया है। हर पार्टी अपनी जित नूं यकीनी बनाउण लई पूरा जोर लगा रही है। बेशक विधान सभा चोणां अगले साल शुरू च होणीਆਂ ने, पर इस बार हकूमत वल जाण वाला राह इन्ना सौखा नहीं है। पंजाब कांग्रेस च अंदरूनी कलेश, कैप्टन अमरिंदर सिंह वल्लों पार्टी छड्डण दा मूड, आम आदमी पार्टी च मुख मंत्री फेस ਲਈ ਭਗਵੰਤ ਮਾਨ ਦੀ ਨਾਰਾਜ਼ਗੀ ਅਤੇ ਕਿਸਾਨਾਂ ਵੱਲੋਂ ਭਾਜਪਾ ਦਾ ਲਗਾਤਾਰ ਵਿਰੋਧ ਸਥਿਤੀ ਨੂੰ ਗੁੰਝਲਦਾਰ ਬਣਾ ਰਹੇ ਨੇ। ਇਹਨਾਂ ਹਾਲਾਤਾਂ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਸਮੇਂ ਤੋਂ ਪਹਿਲਾਂ ਹੀ ਸਰਗਰਮ ਹੋ ਕੇ ਸਾਰਿਆਂ ਤੋਂ ਅੱਗੇ ਨਿਕਲਣਾ ਚਾਹੁੰਦੇ ਨੇ। ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ, ਉਮੀਦਵਾਰਾਂ ਦਾ ਜਲਦੀ ਐਲਾਨ ਅਤੇ ਵੱਡੇ ਦਾਅਵੇ ਸੁਖਬੀਰ ਬਾਦਲ ਦੀ ਸੱਤਾ ਦੀ ਲਾਲਸਾ ਵੱਲ ਤੇਜ਼ੀ ਨੂੰ ਦਰਸਾਉਂਦੇ ਹਨ। ਹਾਲਾਂਕਿ ਸੁਖਬੀਰ ਬਾਦਲ ਨੂੰ ਰਾਜਨੀਤਿਕ ਜੋੜ ਤੋੜ ਦਾ ਚਾਣਕਿਆ ਮੰਨਿਆ ਜਾਂਦਾ ਹੈ, ਪਰ ਪਾਰਟੀ ਅਜੇ ਵੀ ਬੇਅਦਬੀਆਂ ਦੇ ਮਾਮਲੇ ਅਤੇ ਬਹਿਬਲ ਕਲਾਂ ਗੋਲੀकांड ਦੇ ਦੋਸ਼ਾਂ ਤੋਂ ਮੁਕਤ ਨਹੀਂ ਹੋਈ ਹੈ। ਪਾਰਟੀਆਂ 'ਚ ਖੌਫ, ਬਾਹਰ ਆਇਆ ਮੁਫਤ ਦਾ ਲੋਲੀਪੌਪ। ਮੁਫਤ ਬਿਜਲੀ ਪਾਣੀ ਤੋਂ ਲੈ ਕੇ ਰਾਸ਼ਨ ਸਭ ਕੁਝ ਮੁਫਤ। ਸੱਤਾ ਤੇ ਕਾਬਜ ਹੋਣ ਲਈ ਸਿਆਸੀ ਪਾਰਟੀਆਂ ਨਵੀਆਂ ਸਕੀਮਾਂ ਕੱਢ ਰਹੀਆਂ ਨੇ। ਸੂਬੇ ਦੇ ਲੋਕਾਂ ਨੂੰ ਮੁਫਤ ਸਕੀਮਾਂ ਦਾ ਲਾਲਚ ਦਿੱਤਾ ਜਾ ਰਿਹਾ ਹੈ। ਪੰਜਾਬ 'ਚ ਬਿਜਲੀ ਤੇ ਪਾਣੀ ਦਾ ਮੁੱਦਾ ਹਮੇਸ਼ਾ ਤੋਂ ਹੀ ਵੋਟ ਹਾਸਲ ਕਰਨ ਦਾ ਵੱਡਾ ਜ਼ਰੀਆ ਰਹੇ ਨੇ। ਇਸ ਵਾਰ ਵੀ ਇਹਨਾਂ ਤੇ ਹੀ ਦਾ ਖੇਡਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਬੇਸ਼ੱਕ 2017 'ਚ ਸਰਕਾਰ ਬਣਾਉਣ ਤੋਂ ਰਹਿ ਗਈ ਸੀ, ਪਰ ਇਸ ਵਾਰ ਅਰਵਿੰਦ ਕੇਜਰੀਵਾਲ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੇ ਅਤੇ ਪੰਜਾਬ ਦੇ ਲਗਾਤਾਰ ਦੌਰੇ ਕਰ ਰਹੇ ਨੇ। ਚੋਣਾਂ ਤੋਂ 8 ਮਹੀਨੇ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਨੇ ਹਰ ਘਰ ਨੂੰ 300 ਯੂਨਿਟ ਬਿਜਲੀ ਮੁਫਤ, ਸਾਰੇ ਪੁਰਾਣੇ ਘਰੇਲੂ ਬਿਜਲੀ ਬਿੱਲ ਅਤੇ ਇਹਨਾਂ ਤੇ ਲੱਗੇ ਖਰਚੇ ਮਾਫ ਕਰਨ ਦਾ ਐਲਾਨ ਕਰ ਛੱਡਿਆ, ਜਦਕਿ ਪੰਜਾਬ 'ਚ ਪਹਿਲਾਂ ਤੋਂ ਹੀ ਇੱਕ ਵਿਸ਼ੇਸ਼ ਵਰਗ ਨੂੰ 200 ਯੂਨਿਟ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਆਟਾ ਦਾਲ ਵਰਗੀਆਂ ਹੋਰ ਸਕੀਮਾਂ ਵੀ ਚੱਲ ਰਹੀਆਂ ਨੇ। ਕੇਜਰੀਵਾਲ ਦੇ ਇਹ ਐਲਾਨ ਪੰਜਾਬ ਦੀ ਰਵਾਇਤੀ ਪਾਰਟੀ ਅਕਾਲੀ ਦਲ ਨੂੰ ਬਰਦਾਸ਼ਤ ਨਹੀਂ ਹੋਏ। 19 ਜੂਨ ਨੂੰ ਕੇਜਰੀਵਾਲ ਨੇ 300 ਯੂਨਿਟ ਬਿਜਲੀ ਮੁਫਤ ਦੇਣ ਦਾ ਐਲਾਨ ਕੀਤਾ ਤੇ 4 ਅਗਸਤ ਨੂੰ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਦੇ 5 ਸਿਤਾਰਾ ਹੋਟਲ 'ਚ ਮੀਡੀਆ ਸਾਹਮਣੇ 400 ਯੂਨਿਟ ਬਿਜਲੀ ਮੁਫਤ, ਘਰ ਚਲਾਉਣ ਵਾਲੀ ਹਰ ਮਹਿਲਾ ਦੇ ਖਾਤੇ 'ਚ 2000 ਰੁਪਏ ਪ੍ਰਤੀ ਮਹੀਨਾ ਵਰਗੇ 13 ਚੋਣ ਵਾਅਦਿਆਂ ਦਾ ਪਿਟਾਰਾ ਖੋਲ੍ਹ ਦਿੱਤਾ। ਸਿਆਸੀ ਆਗੂਆਂ ਦਾ ਫੇਰਾ, ਰੋਕਣ ਲਈ ਕਿਸਾਨਾਂ ਦਾ ਘੇਰਾ। ਹੁਣ ਕੇਜਰੀਵਾਲ ਹਰ ਐਲਾਨ ਤੋਂ ਬਾਅਦ ਦਿੱਲੀ ਚਲੇ ਜਾਂਦੇ ਨੇ, ਪਰ ਸੁਖਬੀਰ ਨੇ ਤਾਂ ਪੰਜਾਬ 'ਚ ਹੀ ਰਹਿਣਾ, ਜਿਸ ਕਰਕੇ ਉਹਨਾਂ ਨੂੰ ਕਿਸਾਨਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਰੀਬ 11 ਮਹੀਨਿਆਂ ਤੋਂ ਧਰਨੇ ਤੇ ਬੈਠੇ ਕਿਸਾਨਾਂ ਨੂੰ ਲੱਗਾ ਕਿ ਸਮੇਂ ਤੋਂ ਪਹਿਲਾਂ ਅਜਿਹੇ ਐਲਾਨ ਅੰਦੋਲਨ ਨੂੰ ਤਾਰ-ਪੀੜੋ ਕਰਨ ਵਾਸਤੇ ਕੀਤੇ ਜਾ ਰਹੇ ਨੇ। ਕਿਸਾਨਾਂ ਨੇ ਸੁਖਬੀਰ ਬਾਦਲ ਦਾ ਹੀ ਨਹੀਂ, ਸਗੋਂ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਘਿਰਾਵ ਤਾਂ ਪਹਿਲਾਂ ਤੋਂ ਹੀ ਕੀਤਾ ਜਾ ਰਿਹਾ ਸੀ। ਸਾਰੀਆਂ ਪਾਰਟੀਆਂ ਦਾ ਵਿਰੋਧ ਹੋਣ ਨਾਲ ਰੋਜ਼ਾਨਾ ਟਕਰਾਅ ਦੇ ਹਾਲਾਤ ਬਣਨ ਲੱਗ ਗਏ। ਇਲੈਕਸ਼ਨ ਸਾਲ 'ਚ ਅਜਿਹਾ ਹੋਵੇ ਤਾਂ ਜ਼ਾਹਿਰ ਹੈ ਕਿ ਸਿਆਸੀ ਪਾਰਟੀਆਂ ਵਾਸਤੇ ਚਿੰਤਾ ਦਾ ਵਿਸ਼ਾ ਹੈ। 2017 'ਚ ਅਕਾਲੀ ਭਾਜਪਾ ਸਰਕਾਰ ਨੂੰ ਮਾਤ ਦੇ ਕੇ ਸੱਤਾ 'ਚ ਪੁੱਜੀ ਕਾਂਗਰਸ ਸਰਕਾਰ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 4.5 ਸਾਲ ਰਾਜ ਭੋਗ ਕੇ ਪਾਸੇ ਹੋ ਗਏ। ਅਗਲੀ ਹਕੂਮਤ ਦੀ ਆਸ 'ਚ ਬੈਠੀਆਂ ਸਿਆਸੀ ਪਾਰਟੀਆਂ ਲਈ ਕਿਸਾਨਾਂ ਦਾ ਗੁੱਸਾ ਮੁਸੀਬਤ ਬਣ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਦਾ ਹਰ ਹੀਲਾ ਕਰ ਰਹੇ ਨੇ। ਇਸੇ ਲਈ ਉਹਨਾਂ ਨੇ 2.5 ਦਹਾਕਿਆਂ ਬਾਅਦ ਬਸਪਾ ਨਾਲ ਗੱਠਜੋੜ ਕਰ ਲਿਆ। ਅਕਾਲੀ ਬਸਪਾ ਗੱਠਜੋੜ ਸੱਤਾ ਲਈ ਲੱਭਿਆ ਨਵਾਂ ਤੋੜ। ਬਸਪਾ ਨਾਲ ਗੱਠਜੋੜ ਤੋਂ ਬਾਅਦ ਅਕਾਲੀ ਕਾਡਰ ਦਾ ਵੋਟਰ ਵੀ ਹੈਰਾਨ ਹੈ ਕਿ ਅਚਾਨਕ ਹਿੰਦੂ ਸੋਚ ਰੱਖਣ ਵਾਲੀ ਭਾਜਪਾ ਤੋਂ ਵੱਖ ਹੁੰਦਿਆਂ ਹੀ ਅਕਾਲੀ ਦਲ ਨੇ ਦਲਿਤ ਵਿਚਾਰਧਾਰਾ ਵਾਲੀ ਪਾਰਟੀ ਨਾਲ ਸਾਂਝ ਕਿਉਂ ਪਾ ਲਈ? ਕਿ ਇਸ ਦਾ ਕੋਈ ਲਾਭ ਆਉਣ ਵਾਲੇ ਸਮੇਂ 'ਚ ਹੋਵੇਗਾ? ਦਰਅਸਲ ਪੰਜਾਬ 'ਚ ਕਰੀਬ 32% ਦਲਿਤ ਵੋਟਰ ਹੈ ਅਤੇ ਇਸ ਦਾ ਵੱਡਾ ਆਧਾਰ ਸੂਬੇ ਦੇ ਦੁਆਬਾ ਖੇਤਰ 'ਚ ਮੰਨਿਆ ਜਾਂਦਾ ਹੈ। ਇਸੇ ਲਈ ਅਕਾਲੀ ਦਲ ਨੇ ਦੁਆਬੇ ਦੀਆਂ 13 ਸੀਟਾਂ ਨੂੰ ਕਬਜ਼ਾਉਣ ਲਈ ਇਹ ਦਾ ਖੇਡਿਆ। ਇਸ ਪਿੱਛੇ ਇੱਕ ਹੋਰ ਗੱਲ ਇਹ ਵੀ ਸੁਣਨ 'ਚ ਆਈ ਹੈ
ਕਿ ਇਸ ਵਾਰ ਅਕਾਲੀ ਸਿਰਫ ਆਪਣੇ ਹੀ ਨਹੀਂ ਬਲਕਿ ਇੱਕ ਏਜੰਸੀ ਵੱਲੋਂ ਤਿਆਰ ਕੀਤੀ ਗਈ ਰਣਨੀਤੀ ਤੇ ਚੱਲ ਰਿਹਾ ਹੈ। ਦੱਸ ਦਈਏ ਕਿ ਅਕਾਲੀ ਦਲ ਨੇ ਚੋਣ ਰਣਨੀਤੀ ਬਣਾਉਣ ਵਾਲੀ ਦੇਸ਼ ਦੀ ਮਸ਼ਹੂਰ ਏਜੰਸੀ ਆਈਪੈਕ ਤੋਂ ਛਿਟਕ ਕੇ ਬਣੀ ਏਜੰਸੀ ਨੂੰ ਹਾਇਰ ਕੀਤਾ ਹੈ। ਆਈਪੈਕ ਅਜਿਹੀ ਏਜੰਸੀ ਹੈ ਜਿਸ ਨੇ ਵਿਰੋਧੀ ਹਾਲਾਤਾਂ 'ਚ ਵੀ ਆਪਣੀ ਰਣਨੀਤੀ ਦੇ ਨਾਲ ਆਪ, ਭਾਜਪਾ ਤੇ ਕਾਂਗਰਸ ਨੂੰ ਸੱਤਾ ਦੀ ਚਾਬੀ ਥਮਾਉਣ 'ਚ ਵੱਡੀ ਭੂਮਿਕਾ ਨਿਭਾਈ ਸੀ। ਅਕਾਲੀ ਦਲ ਬੇਸ਼ੱਕ ਬਸਪਾ ਨਾਲ ਆਪਣੇ ਪੁਰਾਣੇ ਇਤਿਹਾਸ ਦੀ ਦੁਹਾਈ ਦੇ ਕੇ ਨਵਾਂ ਇਤਿਹਾਸ ਲਿਖਣ ਦੀ ਜੁਗਤ 'ਚ ਹੋਵੇ, ਪਰ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਸੋਸ਼ਲ ਮੀਡੀਆ ਦਾ ਯੁੱਗ ਹੈ। ਜਦੋਂ ਅਕਾਲੀ ਦਲ 1996 'ਚ ਬਸਪਾ ਨਾਲ ਸਾਂਝ ਪਾ ਕੇ ਲੋਕ ਸਭਾ ਦੀਆਂ 13 ਚੋਂ 11 ਸੀਟਾਂ ਜਿੱਤਿਆ ਸੀ, ਉਸ ਵਕਤ ਮੋਬਾਈਲ ਤਾਂ ਦੂਰ ਹਰ ਘਰ 'ਚ ਲੈਂਡਲਾਈਨ ਦੀ ਸੁਵਿਧਾ ਵੀ ਉਪਲਬਧ ਨਹੀਂ ਸੀ। ਹੁਣ ਤਾਂ ਬੱਚੇ ਦੀ ਜੇਬ 'ਚ ਮੋਬਾਈਲ ਹੈ। DS4 ਨਾਲ ਅਕਾਲੀ ਦਲ ਨੇ ਲਾਇਆ ਸੀ 4x4। ਕਰੀਬ 2.5 ਦਹਾਕੇ ਪਹਿਲਾਂ 1996 'ਚ ਅਕਾਲੀ ਬਸਪਾ ਨੇ ਗੱਠਜੋੜ ਕਰਕੇ ਇਕੱਠੀ ਲੋਕ ਸਭਾ ਦੀਆਂ ਚੋਣਾਂ ਲੜੀਆਂ ਅਤੇ ਪੰਜਾਬ ਦੀਆਂ 13 ਵਿੱਚੋਂ 11 ਸੀਟਾਂ ਜਿੱਤੀਆਂ। ਅਕਾਲੀ ਦਲ ਨੇ 11 ਸੀਟਾਂ ਤੇ ਚੋਣ ਲੜ ਕੇ 8 ਤੇ ਜਿੱਤ ਹਾਸਲ ਕੀਤੀ, ਜਦਕਿ ਬਸਪਾ ਨੇ 3 ਸੀਟਾਂ ਤੇ ਉਮੀਦਵਾਰ ਖੜੇ ਕਰਕੇ 3 ਸੀਟਾਂ ਜਿੱਤ ਲਈਆਂ। ਬਸਪਾ ਦਾ ਨਤੀਜਾ 100% ਸੀ। ਇਸ ਦੇ ਬਾਵਜੂਦ ਇਹ ਗੱਠਜੋੜ ਲੰਮਾ ਨਹੀਂ ਚੱਲ ਸਕਿਆ। ਬਸਪਾ ਨੇ 1997 'ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਆਪਣੇ ਬਲਬੂਤੇ ਤੇ ਲੜੀਆਂ, 67 ਸੀਟਾਂ ਤੇ ਉਮੀਦਵਾਰ ਉਤਾਰੇ, ਲੇਕਿਨ ਸਿਰਫ 1 ਸੀਟ ਹੀ ਹਾਸਲ ਹੋਈ। ਪਿਛਲੀ ਸਾਂਝ ਨਾਲ ਆਏ ਨਤੀਜਿਆਂ ਦੀ ਉਮੀਦ ਹੁਣ ਨਹੀਂ ਕੀਤੀ ਜਾ ਸਕਦੀ। ਕਰੀਬ 25 ਸਾਲਾਂ ਬਾਅਦ ਬਹੁਤ ਕੁਝ ਬਦਲ ਗਿਆ ਹੈ। 1996 ਵਾਲੇ ਗੱਠਜੋੜ ਦੀ ਖਾਸ ਗੱਲ ਇਹ ਸੀ ਕਿ ਅਕਾਲੀ ਦਲ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੀਡ ਕਰ ਰਹੇ ਸਨ, ਜਦਕਿ ਬਸਪਾ ਦੀ ਅਗਵਾਈ ਪਾਰਟੀ ਦੇ ਫਾਊਂਡਰ ਬਾਬੂ ਕਾਂਸ਼ੀ ਰਾਮ ਕਰ ਰਹੇ ਸਨ। ਸੋਸ਼ਲ ਮੀਡੀਆ ਵੀ ਨਹੀਂ ਸੀ। ਜੋ ਕੁਝ ਸਿਆਸੀ ਆਗੂ ਰੈਲੀਆਂ ਜਾਂ ਚੋਣ ਮਨੋਰਥ ਪੱਤਰ 'ਚ ਕਹਿੰਦੇ ਸਨ, ਉਸ ਨੂੰ ਲੋਕ ਮੰਨ ਲੈਂਦੇ ਸਨ। ਮੌਜੂਦਾ ਦੌਰ 'ਚ ਸੋਸ਼ਲ ਮੀਡੀਆ ਪੂਰੀ ਤਰ੍ਹਾਂ ਸਰਗਰਮ ਹੈ। ਦਹਾਕਿਆਂ ਪੁਰਾਣੀਆਂ ਗੱਲਾਂ ਵੀ ਮੁੜ ਤੋਂ ਵਾਇਰਲ ਹੋ ਕੇ ਘਰ ਘਰ ਪਹੁੰਚ ਜਾਂਦੀਆਂ ਨੇ। ਬਹੁਜਨ ਸਮਾਜ ਪਾਰਟੀ ਨੂੰ ਸਥਾਪਿਤ ਕਰਨ ਵਾਲੇ ਬਾਬੂ ਕਾਂਸ਼ੀ ਰਾਮ ਬੇਸ਼ੱਕ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਰਹਿਣ ਵਾਲੇ ਸਨ, ਪਰ ਉਹਨਾਂ ਨੇ ਪਾਰਟੀ ਦੀ ਸਥਾਪਨਾ ਉੱਤਰ ਪ੍ਰਦੇਸ਼ 'ਚ ਕੀਤੀ ਸੀ। DS4 ਦੇ ਫਾਰਮੂਲੇ ਤੇ ਬਸਪਾ ਦੀ ਸਥਾਪਨਾ ਬਾਬਾ ਭੀਮ ਰਾਓ ਅੰਬੇਦਕਰ ਦੀ ਜਯੰਤੀ ਮੌਕੇ 14 ਅਪ੍ਰੈਲ 1984 'ਚ ਕੀਤੀ ਗਈ ਸੀ। ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ ਨੂੰ DS4 ਦਾ ਨਾਮ ਦਿੱਤਾ ਗਿਆ ਸੀ। ਇਹ ਸਮਿਤੀ ਦਲਿਤ ਵਰਗ ਦੇ ਕਰਮਚਾਰੀਆਂ, ਅਧਿਕਾਰੀਆਂ ਅਤੇ ਆਮ ਲੋਕਾਂ ਦੇ ਹਿੱਤਾਂ ਦੀ ਆਵਾਜ਼ ਚੁੱਕਦੀ ਸੀ। ਬਾਬੂ ਕਾਂਸ਼ੀ ਰਾਮ ਦੀ ਅਗਵਾਈ 'ਚ ਸਮਿਤੀ ਦੇ ਬੈਨਰ ਹੇਠ ਚੰਡੀਗੜ੍ਹ 'ਚ ਇੱਕ ਰੈਲੀ ਕੀਤੀ ਗਈ, ਜਿਸ 'ਚ ਵੱਡੀ ਗਿਣਤੀ 'ਚ ਦਲਿਤ ਅਤੇ ਪਿਛੜੇ ਵਰਗ ਦੇ ਲੋਕ ਸ਼ਾਮਲ ਹੋਏ, ਜਿਸ ਤੋਂ ਬਾਅਦ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ ਨੂੰ ਇੱਕ ਸਿਆਸੀ ਦਲ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ, ਜਿਹੜੀ ਦੇਸ਼ 'ਚ ਦਲਿਤਾਂ ਦੀ ਹਿਤੈਸ਼ੀ ਪਾਰਟੀ ਵਜੋਂ ਜਾਣੀ ਜਾਵੇ। ਪਾਰਟੀ ਨੇ ਉੱਤਰ ਪ੍ਰਦੇਸ਼ 'ਚ ਵੱਡਾ ਆਧਾਰ ਬਣਾਇਆ। 2006 'ਚ ਲੰਮੀ ਬਿਮਾਰੀ ਤੋਂ ਬਾਅਦ ਬਾਬੂ ਕਾਂਸ਼ੀ ਰਾਮ ਦੀ ਮੌਤ ਹੋ ਗਈ ਔਰ ਉਸ ਤੋਂ ਬਾਅਦ ਸ਼ਾਇਦ ਪਾਰਟੀ ਦਾ ਕੈਡਰ ਵੋਟਰ ਵੀ ਮਾਯੂਸ ਹੋ ਗਿਆ। ਪਾਰਟੀ ਦੀ ਮੌਜੂਦਾ ਪ੍ਰਧਾਨ ਸੁਸ਼੍ਰੀ ਮਾਇਆਵਤੀ 4 ਵਾਰ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਬਣੀ, ਪਰ ਪੰਜਾਬ 'ਚ 32% ਦਲਿਤ ਵੋਟਰ ਹੋਣ ਦੇ ਬਾਵਜੂਦ ਪਾਰਟੀ ਕੋਈ ਕਮਾਲ ਨਹੀਂ ਕਰ ਸਕੀ। ਸਿਰਫ 1992 'ਚ ਬਸਪਾ ਨੇ ਪੰਜਾਬ 'ਚ 9 ਸੀਟਾਂ ਜਿੱਤੀਆਂ ਅਤੇ ਵਿਰੋਧੀ ਧਿਰ ਦੀ ਵੱਡੀ ਪਾਰਟੀ ਬਣ ਕੇ ਉਭਰੀ। ਸਤਨਾਮ ਸਿੰਘ ਕੈਂਥ ਵਿਰੋਧੀ ਧਿਰ ਦੇ ਆਗੂ ਬਣੇ। ਪਹਿਲੀ ਵਾਰ 'ਚ ਹੀ ਬਸਪਾ ਨੇ ਦੁਆਬਾ ਖੇਤਰ ਦੀਆਂ 6 ਅਤੇ ਮਾਲਵਾ ਦੀਆਂ 3 ਸੀਟਾਂ ਤੇ ਜਿੱਤ ਹਾਸਲ ਕੀਤੀ ਅਤੇ ਇਸ ਵਾਰ ਬਸਪਾ ਦੇ 42 ਉਮੀਦਵਾਰ ਦੂਜੇ ਨੰਬਰ ਤੇ ਰਹੇ। ਇਹ ਸੀ ਅੱਜ ਦੀ ਖਾਸ ਖਬਰ। ਅਗਲੀ ਵਾਰ ਕਿਸੇ ਹੋਰ ਮੁੱਦੇ ਤੇ ਅਜਿਹੀ ਹੀ ਇੱਕ ਖਾਸ ਖਬਰ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ, ਤੁਸੀਂ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।
ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ 골ਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਉਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁੱਠ ਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਦੀ ਗਾਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ ਘਰ 'ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚ ਅਣਬਣ ਜਾਦੂ ਟੋਨਾ ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ ਰੁੱਸੇ ਨੂੰ ਮਨਾਉਣਾ ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467